नमस्कार, मैं डॉक्टर महेंद्रपाल शर्मा। ਅੱਜ ਆਪਾਂ ਗੱਲ ਕਰਾਂਗੇ ਸੁਸਾਈਡ ਦੇ ਕੀ ਕਾਰਨ ਹੁੰਦੇ ਆ। ਕੋਈ ਪਰਸਨ ਇਸ ਤਰ੍ਹਾਂ ਦੇ ਹਾਲਾਤਾਂ 'ਚ ਕਿਵੇਂ ਪਹੁੰਚ ਜਾਂਦਾ ਹੈ ਕਿ ਉਹ ਸੁਸਾਈਡ ਦਾ ਫੈਸਲਾ ਲੈ ਲੈਂਦਾ। ਉਸ ਤੋਂ ਬਾਅਦ ਆਪਾਂ ਇਹ ਡਿਸਕਸ ਕਰਾਂਗੇ ਕਿ ਸੁਸਾਈਡ ਦੇ ਕੋਈ ਵਾਰਨਿੰਗ ਸਾਈਨ ਸਾਨੂੰ ਮਿਲ ਸਕਦੇ ਆ ਕਿ ਸਾਨੂੰ ਪਹਿਲਾਂ ਹੀ ਪਤਾ ਲੱਗ ਸਕਦਾ ਕਿ ਇਹ ਬੰਦਾ ਹੋ ਸਕਦਾ ਸੁਸਾਈਡ ਕਰ ਲੇ, ਜਾਂ ਫਿਰ ਕੀ ਕੋਈ ਅਸੀਂ ਬਚਾਅ ਦੇ ਉਪਰਾਲਾ ਕਰ ਸਕਦੇ ਹਾਂ, ਉਹਨਾਂ ਨੂੰ ਬਚਾ ਸਕਦੇ ਹਾਂ। ਕੀ ਇੰਟਰਵੈਂਸ਼ਨ ਕਰਨੀ ਚਾਹੀਦੀ ਹੈ ਉਹਦੇ ਘਰ ਦੇ, ਉਹਦੇ ਯਾਰ ਦੋਸਤ, ਉਹਦੇ ਨਾਲ ਰਹਿਣ ਵਾਲੇ ਪਰਸਨ ਕਿਵੇਂ ਉਹਨੂੰ ਇਸ ਚੀਜ਼ 'ਚੋਂ ਹੈਲਪ ਕਰ ਸਕਦੇ ਆ, ਉਹਨੂੰ ਕੱਢ ਸਕਦੇ ਇਹਨਾਂ ਸਮੇਂ 'ਚੋਂ, ਔਖੇ ਸਮੇਂ 'ਚੋਂ। ਕੀ ਇਹ ਕੀਤਾ ਜਾ ਸਕਦਾ? ਯੈਸ, ਸਾਈਕੋਲੋਜੀ ਕਹਿੰਦੀ ਹੈ ਹਾਂ ਇਹ ਸੰਭਵ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਪਹਿਲੇ ਕੁਐਸਚਨ ਤੇ ਆਉਂਦੇ ਹਾਂ ਕਿ ਆਖਿਰ ਇਹੋ ਜਿਹੀ ਕੀ ਮਜਬੂਰੀ ਆ ਜਾਂਦੀ ਹੈ ਕਿ ਕੋਈ ਇਨਸਾਨ ਆਪਣੇ ਸਭ ਤੋਂ ਜਿਹੜੀ ਬੇਸ਼ਕੀਮਤੀ ਜ਼ਿੰਦਗੀ ਹੈ ਉਹਨੂੰ ਛੱਡਣ ਲਈ ਤਿਆਰ ਹੋ ਜਾਂਦਾ ਹੈ। ਕੀ ਰੀਜ਼ਨ ਹੁੰਦੇ ਹੈ ਵੀ ਐਡਾ ਵੱਡਾ ਫੈਸਲਾ ਕੋਈ ਲੈ ਲੈਂਦਾ ਹੈ? ਇਹਦੇ ਕੁਝ ਇਮੋਸ਼ਨਲ ਕਾਰਨ ਹੁੰਦੇ ਆ, ਜਿਵੇਂ ਫੀਅਰ ਹੋ ਗਿਆ, ਐਂਗਰ ਹੋ ਗਿਆ। ਕਈ ਵਾਰ ਗੁੱਸੇ ਦੇ ਵਿੱਚ ਆ ਕੇ ਭੜਕ ਕੇ ਇੱਕਦਮ ਇੰਪਲਸਿਵ ਐਕਟ ਦੇ ਰੂਪ ਦੇ ਵਿੱਚ ਇਹ ਫੈਸਲਾ ਲੈ ਲਿਆ ਜਾਂਦਾ, ਜਾਂ ਕੋਈ ਬਹੁਤ ਗੰਭੀਰ ਡਿਪਰੈਸ਼ਨ ਦੇ ਵਿੱਚ, ਸੈਡਨੈਸ ਦੇ ਵਿੱਚ ਇਹ ਫੈਸਲਾ ਲੈ ਲਿਆ ਜਾਂਦਾ, ਜਾਂ ਕੋਈ ਸ਼ੇਮ ਜਾਂ ਗਿਲਟ ਜਾਂ ਕੋਈ ਅਪਰਾਧ ਬੋਧ ਦੇ ਵਿੱਚ ਇਹ ਫੈਸਲਾ ਲੈ ਲਿਆ ਜਾਂਦਾ। ਤਾਂ ਇਹ ਸਾਡੇ ਇਮੋਸ਼ਨਲ ਫੈਸਲਾ ਹੋ ਸਕਦਾ ਹੈ। ਬਾਇਓਲੋਜੀਕਲ ਦੇ ਵਿੱਚ ਜਿਵੇਂ ਕੋਈ ਜੈਨੇਟਿਕ ਰੀਜ਼ਨ ਹੋ ਸਕਦਾ ਹੈ, ਖਾਸ ਕਰਕੇ ਕੋਈ ਡਿਪਰੈਸ਼ਨ ਦਾ ਜਾਂ ਸਬਸਟੈਂਸ ਅਬਿਊਜ਼ ਦਾ ਕੋਈ ਰੀਜ਼ਨ ਹੋ ਸਕਦਾ ਹੈ। ਕੋਗਨੀਟਿਵ ਫੈਕਟਰ ਹੋ ਸਕਦੇ ਹੈ ਜਿਹਦੇ ਵਿੱਚ ਅਸੀਂ ਆਪਦੇ ਬਾਰੇ ਕੋਈ ਨੈਗੇਟਿਵ ਸੋਚ ਹੀ ਰੱਖੀ ਬੈਠੇ ਹਾਂ, ਨੈਗੇਟਿਵ ਸੋਚ ਹੀ ਪਾਲੀ ਬੈਠੇ ਹਾਂ। ਹੋਪਲੈਸਨੈਸ ਹੈ, ਹੈਲਪਲੈਸਨੈਸ ਹੈ, ਨਾ ਉਮੀਦੀ ਜਿਹਨੂੰ ਕਹਿੰਦੇ ਹਾਂ ਪੰਜਾਬੀ 'ਚ ਆਪਾਂ, ਕਿ ਬਿਲਕੁਲ ਸਾਨੂੰ ਐਂ ਲੱਗਦਾ ਹੁਣ ਕੁਛ ਨਹੀਂ ਕੀਤਾ ਜਾ ਸਕਦਾ, ਸਾਡੇ ਹਾਲਾਤਾਂ ਦਾ ਹੁਣ ਕੁਛ ਨਹੀਂ ਹੋ ਸਕਦਾ। ਫਿਰ ਕੋਈ ਐਸਕੇਪ ਹੋ ਸਕਦਾ, ਅਸੀਂ ਕਿਸੇ ਸਿਚੁਏਸ਼ਨ 'ਚੋਂ ਬਚਣਾ ਚਾਹੁੰਦੇ ਹਾਂ, ਭੱਜਣਾ ਚਾਹੁੰਦੇ ਹਾਂ। ਕੋਈ ਪੇਨ ਹੈ, ਕੋਈ ਰਿਸਪੌਂਸਿਬਿਲਿਟੀ ਹੈ, ਕੋਈ ਸਿਚੁਏਸ਼ਨ ਹੈ ਜਿਹਨੂੰ ਅਸੀਂ ਸਾਹਮਣਾ ਨਹੀਂ ਕਰ ਪਾ ਰਹੇ, ਉਸ ਚੀਜ਼ ਤੋਂ ਬਚਣ ਦਾ ਉਪਰਾਲੇ ਦੇ ਰੂਪ ਦੇ ਵਿੱਚ ਇਹ ਚੀਜ਼ ਕੀਤੀ ਜਾਂਦੀ ਹੈ। ਜਾਂ ਫਿਰ ਕੋਈ ਫੈਮਿਲੀ ਦਾ ਕੋਈ ਕਨਫਲਿਕਟ ਹੁੰਦਾ ਹੈ, ਕੋਈ ਕਮਿਊਨੀਕੇਸ਼ਨ ਹੁੰਦਾ ਹੈ, ਉਸ ਚੀਜ਼ ਦੇ ਵਿੱਚ ਕੀਤਾ ਜਾ ਸਕਦਾ ਹੈ। ਕੁਝ ਆਰਥਿਕ ਕਾਰਨ ਵੀ ਹੁੰਦੇ ਆ, ਕੋਈ ਫੇਲਿਅਰ ਹੋ ਗਿਆ, ਕੋਈ ਲਾਸ ਹੋ ਗਿਆ, ਬਹੁਤ ਘਾਟਾ ਪੈ ਗਿਆ, ਕੋਈ ਫਾਈਨੈਂਸ਼ੀਅਲ ਲਾਸ ਹੋ ਗਿਆ, ਕੋਈ ਨੌਕਰੀ ਚਲੀ ਗਈ ਕਿ ਹੁਣ ਮੈਂ ਆਪਦੀ ਬੱਚੀ ਦਾ ਵਿਆਹ ਕਿਵੇਂ ਕਰੂੰਗਾ, ਆਪਦਾ ਉਹ ਕਿਵੇਂ ਚਲਾਊਂਗਾ, ਜਾਂ ਕੋਈ ਅਕੈਡਮਿਕ ਫੇਲਿਅਰ ਹੋ ਗਿਆ, ਕੋਈ ਬੱਚਾ ਐਗਜ਼ਾਮ 'ਚੋਂ ਫੇਲ ਹੋ ਗਿਆ। ਤਾਂ ਇਸ ਤਰ੍ਹਾਂ ਦੇ ਕਈ ਰੀਜ਼ਨ ਹੋ ਸਕਦੇ ਹੈ। ਡਿਪਰੈਸ਼ਨ ਹੋ ਸਕਦਾ ਹੈ, ਐਲਕੋਹਲਿਜ਼ਮ ਹੋ ਸਕਦਾ ਹੈ, ਸਬਸਟੈਂਸ ਅਬਿਊਜ਼ ਹੋ ਸਕਦਾ ਹੈ, ਨਸ਼ੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਆ। ਸੋ ਇਸ ਤਰ੍ਹਾਂ ਦੇ ਕਈ ਰੀਜ਼ਨ ਹੋ ਸਕਦੇ ਆ। ਇਹਨਾਂ ਕਾਰਨਾਂ ਨੂੰ ਅਸੀਂ ਜ਼ਿੰਮੇਦਾਰ ਮੰਨਦੇ ਹਾਂ। ਜਿਵੇਂ ਸਾਡੇ ਸਾਈਕੋਲੋਜੀਕਲੀ ਵੀ ਕੁਝ ਡਿਸਆਰਡਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਟੈਂਡੈਂਸੀ ਹੁੰਦੀ ਹੈ, ਖਾਸ ਕਰਕੇ ਬਾਈਪੋਲਰ ਡਿਸਆਰਡਰ, ਸਕਿਜ਼ੋਫਰੇਨੀਆ, ਡਿਪਰੈਸ਼ਨ। ਇਹ 3 ਡਿਸਆਰਡਰ ਇਸ ਤਰ੍ਹਾਂ ਦੇ ਜਿਹਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਸੁਸਾਈਡ ਵੱਲ ਦਾ ਰਸਤਾ ਲੈ ਲੈਂਦੇ ਆ। ਰੋਜ਼-ਰੋਜ਼ ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਡਿਪਰੈਸ਼ਨ ਹੈ, ਸਾਡੀ ਘਬਰਾਹਟ ਹੈ, ਇਸ ਤੋਂ ਕਿਵੇਂ ਬਚਿਆ ਜਾਵੇ, ਇਸ ਤੋਂ ਕਿਵੇਂ ਲਾਂਭੇ ਹੋਇਆ ਜਾਵੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਲਾਈਫ ਦਾ ਅੰਤ ਹੀ ਕਰ ਲਿਆ ਜਾਵੇ। ਫਿਰ ਇਸ ਤੋਂ ਬਾਅਦ ਆਉਂਦਾ ਹੈ ਕਿ ਕੀ ਕੁਝ ਇਹੋ ਜਿਹੇ ਵਾਰਨਿੰਗ ਸਾਈਨ ਹੋ ਸਕਦੇ ਹੈ ਜਿਹਦੇ ਤੋਂ ਆਪਾਂ ਉਹਨਾਂ ਬੱਚਿਆਂ ਦੀ, ਉਹਨਾਂ ਪਰਸਨਸ ਦੀ ਪਹਿਚਾਣ ਕਰ ਸਕੀਏ। ਕੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਆਪਾਂ ਉਹਨਾਂ ਇੰਨੀ ਕੀਮਤੀ ਲਾਈਫ ਬਚਾਈ ਜਾ ਸਕੇ ਤੁਹਾਡੇ ਆਸ-ਪਾਸ? ਤਾਂ ਸਭ ਤੋਂ ਪਹਿਲਾ ਚੀਜ਼ ਹੁੰਦਾ ਹੈ ਕਿ ਕਈ ਵਾਰ ਆਪਾਂ ਨੂੰ ਲੱਗਦਾ ਕਿ ਸਾਡੀ ਲਾਈਫ ਇਕਾਂਕੀ ਹੁੰਦੀ ਜਾ ਰਹੀ ਹੈ, ਕੋਈ ਕਿਸੇ ਕੋਲ ਗੱਲਬਾਤ ਕਰਨ ਦਾ ਟਾਈਮ ਹੀ ਹੈ ਨਹੀਂ। ਮੈਂ ਐਜ਼ ਏ ਸਾਈਕੋਲੋਜਿਸਟ ਇਹ ਮੰਨਦਾ ਵੀ ਜੇ ਇੰਨੀ ਵੀ ਗੱਲ ਹੋ ਜੇ ਕਿ ਸਾਨੂੰ ਇਹ ਪਤਾ ਲੱਗ ਜੇ
ਕਿ ਯਾਰ ਇਹ ਪਰਸਨ ਮਤਲਬ ਅਸੀਂ ਕਿਸੇ ਨਾਲ ਆਪਦਾ ਦਿਲ ਖੋਲੀਏ, ਕਿਸੇ ਨਾਲ ਸਾਨੂੰ ਇਹ ਪਤਾ ਲੱਗ ਜੇ ਕਿ ਇਹ ਪਰਸਨ ਯਾਰ ਉਦਾਸ ਜਿਹਾ ਹੈਗਾ ਤੇ ਅਸੀਂ ਉਹਦੇ ਦਿਲ ਨੂੰ ਖੋਲੀਏ। ਕਈ ਵਾਰ ਤਾਂ ਦੁੱਖ ਵੰਡਣ ਨਾਲ ਹੀ ਦੁੱਖ ਘਟ ਜਾਂਦਾ। ਤਾਂ ਇਹ ਸਾਡੀ ਸੁਸਾਇਟੀ ਦੀ ਤਰਾਸਦੀ ਹੈ ਕਿ ਸਾਡੇ ਕੋਲ ਕਿਸੇ ਕੋਲ ਸਮਾਂ ਹੀ ਹੈ ਨਹੀਂ ਗੱਲ ਕਰਨ ਨੂੰ। ਅਸੀਂ ਤਾਂ ਸੁਸਾਈਡ ਤਾਂ ਦੂਰ ਦੀ ਗੱਲ ਹੈ, ਕਈ ਵਾਰ ਸੜਕ ਤੇ ਪਰਸਨ ਮਰ ਰਿਹਾ ਹੁੰਦਾ ਤੇ ਅਸੀਂ ਉੱਥੋਂ ਦੀ ਲੰਘ ਜਾਂਦੇ ਹਾਂ, ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਵੀ ਇਹਦੇ ਵਿੱਚ ਆਪਾਂ ਇੰਟਰਵੈਂਸ਼ਨ ਕਰ ਸਕੀਏ। ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਮੈਨੂੰ ਲੱਗਦਾ ਹੈ ਕਿ ਮਤਲਬ ਮੈਟਰ ਕਰਦੀਆਂ। ਤਾਂ ਫਿਰ ਇਸ ਚੀਜ਼ ਨੂੰ ਵੀ ਸਮਝਣਾ ਜ਼ਰੂਰੀ ਹੈ। ਉਸ ਤੋਂ ਇਲਾਵਾ ਕੀ ਕੁਝ ਇਹੋ ਜਿਹੇ ਫੈਕਟਰ ਹੋ ਸਕਦੇ ਹੈ ਜਿਨ੍ਹਾਂ ਤੋਂ ਆਪਾਂ ਨੂੰ ਇਹ ਪਤਾ ਲੱਗ ਜੇ। ਦੇਖੋ, ਉਹ ਬੰਦਾ ਜਿਹੜਾ ਉਦਾਸ ਹੈ ਉਹਦੇ ਵਿੱਚ ਸਡਨ ਚੇਂਜ ਤੁਹਾਨੂੰ ਮਿਲੂਗਾ। ਉਸ ਬੰਦੇ ਦੇ ਵਿੱਚ ਤੁਹਾਨੂੰ ਸਡਨ ਇਸ ਤਰ੍ਹਾਂ ਦੀਆਂ, ਮੰਨ ਲਓ ਨੇ ਕੱਪੜੇ ਦਾ ਜਿਹੜਾ ਹੈਗਾ ਉਹਦਾ ਹਾਈਜੀਨ ਪੂਅਰ ਹੋ ਗਿਆ, ਨਹਾਇਆ ਧੋਇਆ ਨਹੀਂ ਲੱਗ ਰਿਹਾ, ਕਲਾਸਾਂ ਅਟੈਂਡ ਨਹੀਂ ਕਰ ਰਿਹਾ, ਸਮੇਂ ਸਿਰ ਨਹੀਂ ਕਿਤੇ ਪਹੁੰਚ ਰਿਹਾ, ਰੂਟੀਨ ਉਹਦਾ ਬਿਲਕੁਲ ਅਪਸੈਟ ਹੋਇਆ ਪਿਆ। ਉਹ ਇੱਕ ਵਾਰਨਿੰਗ ਸਾਈਨ ਹੈ ਵੀ ਯਾਰ ਉਹਦੀ ਲਾਈਫ ਦੇ ਵਿੱਚ ਐਡਾ ਵੱਡਾ ਚੇਂਜ ਕਿਉਂ ਆ ਰਿਹਾ, ਕੀ ਗੱਲ ਹੋ ਗਈ। ਉਹਨੂੰ ਪੁੱਛਿਆ ਜਾ ਸਕਦਾ, ਗੱਲਬਾਤ ਕੀਤੀ ਜਾ ਸਕਦੀ, ਉਹਨੂੰ ਖੋਲ੍ਹਿਆ ਜਾ ਸਕਦਾ, ਓਪਨ ਅਪ ਕੀਤਾ ਜਾ ਸਕਦਾ। ਇਹ ਇੱਕ ਬਹੁਤ ਵੱਡਾ ਵਾਰਨਿੰਗ ਸਾਈਨ ਹੈ। ਉਹਦੇ ਪਹਿਰਾਵੇ ਤੋਂ, ਉਹਦੇ ਕੱਪੜਿਆਂ ਤੋਂ, ਉਹਦੇ ਚੀਜ਼ਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਯਾਰ ਇਹਨੂੰ ਕੀ ਹੋ ਗਿਆ, ਇੱਕਦਮ ਇਹ ਬਦਲ ਕਿਉਂ ਗਿਆ ਇੰਨਾ। ਦੂਸਰਾ, ਉਹਦੀ ਡਿਪਰੈਸ਼ਨ, ਉਹਦੀਆਂ ਉਦਾਸ ਗੱਲਾਂ, ਉਹਦੀਆਂ ਜਨਰਲਾਈਜ਼ ਗੱਲਾਂ ਵੀ ਕੀ ਬਣੂਗਾ, ਕੀ ਹੋਊਗਾ, ਐਵੇਂ ਹੈ ਲਾਈਫ ਤਾਂ ਕੁਛ ਨਹੀਂ, ਬੇਕਾਰ ਹੈ, ਇਸ ਤਰ੍ਹਾਂ ਦੀਆਂ ਜਨਰਲਾਈਜ਼ ਗੱਲਾਂ ਉਹ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਜਿਹਦੇ ਤੋਂ ਤੁਸੀਂ ਪਿਕ ਕਰ ਸਕਦੇ ਹੋ ਵੀ ਯਾਰ ਇਹ ਕੁਛ ਅਜੀਬ ਜਿਹੀਆਂ ਗੱਲਾਂ ਕਰ ਰਿਹਾ ਹੈ, ਇਹ ਕੀ ਦਿੱਕਤ ਹੈ ਨਾ। ਮਤਲਬ ਕਈ ਵਾਰ ਮੈਂ ਇੱਕ 11 ਸਾਲ ਦੀ ਬੱਚੀ ਦਾ ਕੇਸ ਮੈਨੂੰ ਯਾਦ ਆਉਂਦਾ ਹੈ ਕਿ ਉਹਨੇ ਆਪਦੀ ਰਿਸਟ ਕੱਟ ਲਈ ਸੀ ਸਕੂਲ ਦੇ ਵਿੱਚ, ਤੇ ਪ੍ਰਿੰਸੀਪਲ ਦਾ ਇਹ ਕਹਿਣਾ ਸੀਗਾ ਵੀ ਇਹ ਤਾਂ ਐਵੇਂ ਧਿਆਨ ਨੂੰ ਖਿੱਚਣ ਲਈ ਕਰ ਰਹੀ ਹੈ। ਤੇ ਮੈਨੂੰ ਅਫਸੋਸ ਹੁੰਦਾ ਹੈ ਕਿ ਆਪਾਂ ਉਹਦੇ ਨਾਲ ਇੰਨੀ ਵੀ ਵਿਨਮਰਤਾ ਨਹੀਂ ਦਿਖਾਉਂਦੇ ਕਿ ਉਸ ਬੱਚੇ ਨੂੰ ਆਪਾਂ ਇਹ ਪੁੱਛ ਸਕੀਏ ਵੀ ਯਾਰ ਤੈਨੂੰ ਪ੍ਰੋਬਲਮ ਕੀ ਹੈ, ਕੀ ਦੁੱਖ ਕੀ ਹੈ, ਤਕਲੀਫ ਕੀ ਹੈ। ਹੋ ਸਕਦਾ ਤੁਹਾਡੀ ਨਜ਼ਰ ਦੇ ਵਿੱਚ ਉਹ ਦੁੱਖ ਬਹੁਤ ਛੋਟਾ ਹੋਵੇ, ਲੇਕਿਨ ਦੂਜੇ ਦੀ ਨਜ਼ਰ ਦੇ ਵਿੱਚ ਉਹ ਦੁੱਖ ਵੱਡਾ ਹੋ ਸਕਦਾ ਹੈ। ਤਾਂ ਇਸ ਕਰਕੇ ਇਸ ਗੱਲ ਨੂੰ ਵੀ ਕਿਤੇ ਨਾ ਕਿਤੇ ਸਾਡੇ ਸਮਝਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਝ ਵਰਬਲ ਸਟੇਟਮੈਂਟ ਹੋ ਸਕਦੀਆਂ ਜਿਹੜੀਆਂ ਕਲੀਅਰ ਇਹ ਸ਼ੋਅ ਕਰਦੀਆਂ ਵੀ ਮੈਂ ਆਪਦੇ ਆਪ ਨੂੰ ਖਤਮ ਕਰ ਲੂੰਗਾ, ਮੈਂ ਮਰਨਾ ਚਾਹੁੰਦਾ, ਮਤਲਬ ਜਾਂ ਕਿਸੇ ਦੀ ਵਾਈਫ ਮਰ ਚੁੱਕੀ ਹੈ ਵੀ ਯਾਰ ਮੈਂ ਉਹਨੂੰ ਮਿਲਣਾ ਚਾਹੁੰਦਾ, ਇਹੋ ਜਿਹੀਆਂ ਗੱਲਾਂ ਕਰਨ ਲੱਗ ਜੇ ਕੋਈ ਵੀ ਯਾਰ ਉਹ ਯਾਦ ਕਰਦੀ ਆ ਹੁਣ ਤੇਰੀ ਮੰਮੀ, ਉਹਦੇ ਨਾਲ ਮੈਂ ਮਿਲਣਾ ਜਾ ਕੇ, ਜੇ ਇਹੋ ਜਿਹੀਆਂ ਗੱਲਾਂ ਉਹ ਕਰਨ ਲੱਗ ਜੇ ਹੈ ਨਾ। ਤੇ ਜਾਂ ਵੀ ਕਈ ਲੋਕ ਯਾਰ ਜਲਦੀ ਉਮਰ 'ਚ ਮਰ ਜਾਂਦੇ ਹੈ ਤੇ ਉਹ ਇਹੋ ਜਿਹੀਆਂ ਗੱਲਾਂ ਕਰ ਰਿਹਾ, ਤਾਂ ਉਹ ਉਹਦੇ ਵਾਰਨਿੰਗ ਸਾਈਨ ਹੈ, ਉਹ ਬਿਹੇਵੀਅਰਲ ਕਲਿਊਜ਼ ਹੈ, ਉਹਦੀਆਂ ਵਰਬਲ ਸਟੇਟਮੈਂਟਸ ਹੈ ਜਿੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਯਾਰ ਇਹ ਬੰਦਾ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਨਾ। ਜਾਂ ਫਿਰ ਕੋਈ ਜਨਰਲਾਈਜ਼ ਵੀ ਯਾਰ ਇਸ ਜ਼ਿੰਦਗੀ 'ਚ ਤਾਂ ਮੈਨੂੰ ਕਿਸੇ ਨੇ ਪਿਆਰ ਨਹੀਂ ਕੀਤਾ, ਹੁਣ ਇਹ ਗੱਲ ਦਾ ਕੀ ਮਤਲਬ ਹੈ ਵੀ ਦੂਜੀ ਜ਼ਿੰਦਗੀ 'ਚ ਤੂੰ ਜਾਣਾ ਚਾਹੁੰਦਾ, ਹੁਣ ਕੀ ਕਹਿਣਾ ਚਾਹੁੰਦਾ ਹੈ ਨਾ। ਵੀ ਬਸ ਯਾਰ ਮੇਰੀ ਤਾਂ ਮਾਂ ਹੀ ਸੀਗੀ ਇੱਕ ਮੈਨੂੰ ਜਿਹੜਾ ਪਿਆਰ ਕਰਦੀ ਸੀ, ਇਸ ਜ਼ਿੰਦਗੀ 'ਚ ਯਾਰ ਮੈਨੂੰ ਹੋਰ ਕੋਈ ਪਿਆਰ ਨਹੀਂ ਕਰ ਸਕਿਆ। ਤਾਂ ਹੁਣ ਇਹ ਵਰਬਲ ਸਟੇਟਮੈਂਟ ਦਾ ਉਹ ਇਸ ਤਰ੍ਹਾਂ ਦੀਆਂ ਓਨਲੀ, ਆਲਵੇਜ਼, ਨੈਵਰ, ਫੋਰਐਵਰ ਹੈ ਨਾ, ਇਸ ਤਰ੍ਹਾਂ ਦੇ ਜਿਹੜੇ ਸਟੇਟਮੈਂਟਸ ਹੈ ਉਹ ਮਤਲਬ ਇਸ ਚੀਜ਼ 'ਤੇ ਉਹ ਕਰਦਾ ਹੈ ਨਾ। ਤਾਂ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਰੀਜ਼ਨ ਹੈਗੇ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਹੈ, ਜਿੱਥੋਂ ਆਪਾਂ ਪਹਿਚਾਨ ਸਕਦੇ ਹਾਂ ਵੀ ਕੁਝ ਇਮੋਸ਼ਨਲ ਕਲਿਊਜ਼ ਵੀ ਹੋ ਸਕਦੇ ਆ ਵੀ ਐਮਟੀ ਜਾਂ ਐਂਗਜ਼ਾਈਟੀ ਫੀਲ ਕਰ ਰਿਹਾ ਹੈ, ਇਕੱਲਾਪਨ ਫੀਲ ਕਰ ਰਿਹਾ ਹੈ, ਕੋਈ ਲੋਸ ਦਾ ਅਨੁਭਵ ਕਰ ਰਿਹਾ ਹੈ, ਕੋਈ ਸੈਡਨੈਸ ਹੈ, ਜੇ ਉਹ ਸ਼ੇਅਰ ਕਰਦਾ ਹੈ ਨਾ, ਜਾਂ ਇਹੋ ਜਿਹੀਆਂ ਗੱਲਾਂ ਕਰਦਾ ਵੀ ਕੁਛ ਨਹੀਂ ਚੇਂਜ ਹੋ ਸਕਦਾ ਯਾਰ, ਇਹ ਬਸ ਇਸ ਤਰ੍ਹਾਂ ਦੀ ਰਹੂਗੀ ਦੁਨੀਆ, ਕੁਛ ਨਹੀਂ ਹੋ ਸਕਦਾ ਹੈ ਨਾ, ਵੀ ਇਹੋ ਜਿਹਾ ਕੁਛ ਵੀ ਨਹੀਂ, ਮੈਂ ਹੁਣ ਕੁਛ ਨਹੀਂ ਕਰ ਸਕਦਾ ਇਸ ਲਾਈਫ 'ਚ,
ਤਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤਾਂ ਉੱਥੋਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਹੁਣ ਗੜਬੜ ਹੋ ਰਹੀ ਹੈ। ਤੇ ਕਈ ਵਾਰ ਤਾਂ ਉਹ ਪਰਸਨ ਇਕਾਂਤ ਲੱਭ ਰਿਹਾ ਹੁੰਦਾ ਹੈ ਜਾਂ ਇਹੋ ਜਿਹੀਆਂ ਚੀਜ਼ਾਂ ਲੱਭ ਰਿਹਾ ਹੁੰਦਾ ਹੈ ਤੇ ਉਹ ਤੁਹਾਨੂੰ ਅਜੀਬ ਜਿਹਾ ਮਹਿਸੂਸ ਹੋ ਸਕਦਾ ਵੀ ਯਾਰ ਅੱਜ ਇਹ ਰੋ ਕਿਉਂ ਰਿਹਾ ਸੀ, ਅੱਜ ਇਹਦੀਆਂ ਅੱਖਾਂ ਕਿਉਂ ਭਰ ਆਈਆਂ ਗੱਲ ਕਰਦੇ ਹੋਏ। ਤੇ ਜੇ ਤੁਹਾਨੂੰ ਸਡਨ ਕੋਈ ਚੇਂਜ ਲੱਗਦਾ ਹੈ ਤਾਂ ਤੁਸੀਂ ਉਹਦੇ ਨਾਲ ਗੱਲ ਕਰੋ, ਓਪਨ ਅਪ ਹੋ। ਕਈ ਵਾਰ ਉਹਦੇ ਮਤਲਬ ਮੈਨੂੰ ਇਹ ਲੱਗਦਾ ਵੀ ਇੰਟਰਵੈਂਸ਼ਨ ਦਾ ਪਹਿਲਾ ਪਾਰਟ ਹੀ ਇਹ ਹੈ ਕਿ ਤੁਸੀਂ ਉਸ ਬੰਦੇ ਨਾਲ ਗੱਲ ਤਾਂ ਕਰੋ। ਕੀ ਪਤਾ ਤੁਸੀਂ ਉਹਦੇ ਨਾਲ ਗੱਲ ਕਰੋ ਤੇ ਉਹਦਾ ਜਿਹੜਾ ਹੈਗਾ ਸਮਾਂ ਹੀ ਟਲ ਜੇ, ਉਹਦਾ ਮੂਡ ਹੀ ਚੇਂਜ ਹੋ ਜੇ, ਉਹਦਾ ਵਕਤ ਹੀ, ਉਹਦੀ ਜਿਹੜਾ ਹੈਗਾ ਉਹਦਾ ਵਿਊ ਪੁਆਇੰਟ ਹੀ ਚੇਂਜ ਹੋ ਜੇ। ਕਿਉਂਕਿ ਇਹ ਤਾਂ ਉਹਦਾ ਵਿਊ ਪੁਆਇੰਟ ਹੈ ਨਾ ਕਿ ਕੁਛ ਨਹੀਂ ਕੀਤਾ ਜਾ ਸਕਦਾ, ਕੁਛ ਨਹੀਂ ਹੋ ਸਕਦਾ। ਇਹ ਤਾਂ ਉਹਨੂੰ ਲੱਗ ਰਿਹਾ। ਉਦਾਸੀ ਦੇ ਵਿੱਚ ਅਕਸਰ ਬੰਦੇ ਨੈਗੇਟਿਵ ਚੀਜ਼ ਹੀ ਦੇਖਣ ਲੱਗ ਜਾਂਦੇ ਆ। ਜੇ ਕਾਲਾ ਚਸ਼ਮਾ ਲਗਾ ਲਈਏ ਤਾਂ ਕਾਲਾ ਕਾਲਾ ਹੀ ਨਜ਼ਰ ਆਊਗਾ, ਤਾਂ ਉਸ ਵੇਲੇ ਉਹ ਦੇਖ ਹੀ ਨਹੀਂ ਪਾ ਰਿਹਾ ਹੁੰਦਾ ਉਸ ਸੱਚ ਨੂੰ। ਤਾਂ ਹੋ ਸਕਦਾ ਤੁਹਾਡੀ ਅੱਖ ਦੇ ਰਾਹੀਂ ਉਹ ਦੇਖ ਸਕੇ, ਹੈ ਨਾ। ਅਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਤੁਹਾਡੀ ਛੋਟੀ ਜਿਹਾ ਉਪਰਾਲਾ, ਛੋਟੀ ਜਿਹੀ ਕੋਸ਼ਿਸ਼ ਤੁਹਾਡੇ ਆਸ-ਪਾਸ ਆਪਦੇ ਲੋਕਾਂ ਦੇ ਪ੍ਰਤੀ ਹਮਦਰਦੀ ਬਹੁਤ ਕੁਛ ਚੇਂਜ ਕਰ ਸਕਦੀ ਹੈ, ਬਹੁਤ ਕੁਛ ਬਦਲ ਸਕਦੀ ਹੈ। ਤਾਂ ਹੁਣ ਆ ਜਾਂਦੇ ਆਪਾਂ ਕਿ ਜੇ ਆਪਾਂ ਨੂੰ ਪਤਾ ਲੱਗ ਵੀ ਜਾਵੇ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦਾ ਕੀ ਹੁੰਦਾ ਹੈ ਵੀ ਜੋ ਆਪਾਂ ਕਰ ਸਕੀਏ। ਮਤਲਬ ਮੈਨੂੰ ਇਹ ਲੱਗਦਾ ਵੀ ਸੁਸਾਇਟੀ ਦੇ ਵਿੱਚ ਇਹ ਇੱਕ ਉਪਰਾਲਾ ਤਾਂ ਇਹੀ ਹੈ ਜੋ ਇਹ ਵੀਡੀਓ ਬਣਾ ਕੇ ਕੀਤਾ ਜਾ ਰਿਹਾ ਹੈ। ਮੈਨੂੰ ਇਹ ਲੱਗਦਾ ਵੀ ਇਹੋ ਜਿਹੇ ਵਾਰਨਿੰਗ ਸਾਈਨਸ ਦੀ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਵੀ ਯਾਰ ਜਦੋਂ ਕੋਈ ਸੁਸਾਈਡ ਕਰਦਾ ਕੀ ਹੁੰਦਾ ਹੈ। ਇਸ ਗੱਲ ਨੂੰ ਇਸ ਤਰ੍ਹਾਂ ਨਾ ਸਮਝੋ, ਜੋ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਇਹ ਰਿਸਰਚ ਬੇਸਡ ਹੈ। ਇਸ ਤਰ੍ਹਾਂ ਹੁੰਦਾ ਹੈ, ਉਹ ਸਡਨ ਕਲਾਸ 'ਚ ਆਉਣਾ ਬੰਦ ਕਰ ਦਿੰਦਾ ਹੈ, ਉਹਦਾ ਹਾਈਜੀਨ ਪੂਅਰ ਹੋ ਜਾਂਦਾ ਹੈ। ਉਹ ਕਿਤਾਬਾਂ ਜਿਹੜਾ ਇੰਨਾ ਖਿਆਲ ਰੱਖਦਾ ਹੁੰਦਾ ਸੀ, ਆਪਦੀ ਸਾਂਭ ਰੱਖਦਾ ਸੀ ਚੀਜ਼ਾਂ ਨੂੰ, ਉਹ ਸਾਂਭ ਕੇ ਨਹੀਂ ਰੱਖ ਰਿਹਾ। ਤਾਂ ਉਹ ਚੀਜ਼ਾਂ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਹੈ। ਖਾਸ ਕਰਕੇ ਉਹਦੇ ਜਿਹੜੇ ਰੋਜ਼ ਉਹਨੂੰ ਮਿਲਣ ਵਾਲੇ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਯਾਰ ਇਹਦੇ 'ਚ ਚੇਂਜ ਹੈ, ਇਹਦੇ 'ਚ ਬਦਲਾਵ ਹੈ, ਇਹ ਪਹਿਲਾਂ ਵਾਂਗੂ ਨਹੀਂ ਗੱਲ ਕਰ ਰਿਹਾ ਅੱਜ, ਹੈ ਨਾ। ਤਾਂ ਤੁਸੀਂ ਜੇ ਅਵੇਲੇਬਿਲਿਟੀ ਦਾ ਇੱਕ ਬੋਰਡ ਲਗਾ ਦਿਓ ਕਿ ਹਾਂ ਯਾਰ ਆਈ ਐਮ ਅਵੇਲੇਬਲ, ਮੈਂ ਤੇਰੇ ਲਈ ਹੈਗਾ, ਤੂੰ ਦੱਸ ਯਾਰ ਕੀ ਗੱਲਬਾਤ ਹੈ, ਅਤੇ ਇੰਨੇ ਨਾਲ ਹੀ ਬਹੁਤ ਵੱਡਾ ਤੁਸੀਂ ਉਹਦੇ 'ਚ ਇੰਟਰਸਟ ਸ਼ੋਅ ਤਾਂ ਕਰੋ, ਤੁਸੀਂ ਉਹਨੂੰ ਸਪੋਰਟ ਦੇ ਹੱਥ ਤਾਂ ਵਧਾਓ, ਤੁਸੀਂ ਉਹਨੂੰ ਆਪਦਾ ਇੱਕ ਕੰਨ ਤਾਂ ਦਿਓ ਸੁਣਨ ਵਾਲਾ, ਉਹਨੂੰ ਪਿਆਰ ਨਾਲ, ਹਿਰਦੇ ਨਾਲ ਗੱਲ ਨੂੰ ਸੁਣੋ ਤਾਂ ਸਹੀ, ਹੁੰਦੀ ਕੀ ਕਹਿਣਾ ਚਾਹ ਰਿਹਾ, ਉਹਨੂੰ ਓਪਨ ਕਰੋ, ਉਹਨੂੰ ਸੁਸਾਈਡ ਬਾਰੇ ਵੀ ਗੱਲ ਜੇ ਉਹ ਸ਼ੇਅਰ ਕਰਦਾ ਹੈ ਤਾਂ ਉਹਦੇ ਬਾਰੇ ਵੀ ਗੱਲ ਖੁੱਲ੍ਹ ਕੇ ਕਰੋ, ਕੋਈ ਦਿੱਕਤ ਨਹੀਂ ਹੈ। ਡੂ ਨੋਟ ਮਤਲਬ ਤੁਸੀਂ ਉਸ ਪਰਸਨ ਨੂੰ ਕਦੇ ਵੀ ਇਕੱਲਾ ਨਾ ਛੱਡੋ। ਉਹਦੇ ਘਰ ਜੇ ਉਹ ਪਹਿਲਾਂ ਕੋਈ ਇਹੋ ਜਿਹੀ ਅਟੈਂਪਟ ਕਰ ਚੁੱਕਿਆ ਹੈ, ਇਹ ਵੀ ਬਹੁਤ ਵੱਡਾ ਵਾਰਨਿੰਗ ਸਾਈਨ ਹੈ। ਉਹ ਜੇ ਪਹਿਲਾਂ ਆਪਦੀ ਲਾਈਫ ਦੇ ਵਿੱਚ ਅਟੈਂਪਟ ਕਰ ਚੁੱਕਿਆ ਹੈ ਤਾਂ ਉਹਦਾ ਹੋਰ ਵੀ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ। ਉਹਨੂੰ ਜੇ ਡਿਪਰੈਸ਼ਨ ਹੈ ਜਾਂ ਇਸ ਤਰ੍ਹਾਂ ਦਾ ਕੋਈ ਡਿਸਆਰਡਰ ਹੈ, ਬਾਈਪੋਲਰ ਡਿਸਆਰਡਰ ਜਾਂ ਕੋਈ ਵੀ ਇਸ ਤਰ੍ਹਾਂ ਦਾ, ਉਹਦਾ ਹੋਰ ਵੀ ਜ਼ਿਆਦਾ ਖਿਆਲ। ਤਾਂ ਇਸ ਤਰ੍ਹਾਂ ਦਾ ਜਦੋਂ ਪਰਸਨ ਤੁਹਾਨੂੰ ਵਾਰਨਿੰਗ ਦਿੰਦਾ ਹੈ ਖੁੱਲ੍ਹੇਆਮ ਵੀ ਮੈਂ ਆਪਦੇ ਆਪ ਨੂੰ ਮਾਰ ਲੂੰਗਾ, ਮੈਂ ਆਪਦੇ ਆਪ ਨੂੰ ਖਤਮ, ਤਾਂ ਉਹਨੂੰ ਕਦੇ ਵੀ ਇਕੱਲਾ ਨਾ ਛੱਡੋ। ਘਰ ਦੇ ਵਿੱਚ ਕੋਈ ਹਥਿਆਰ, ਕੋਈ ਰਿਵਾਲਵਰ, ਕੋਈ ਬੰਦੂਕ, ਇਹ ਚੀਜ਼ ਨੂੰ ਰੱਖੋ ਨਾ, ਕਿਉਂਕਿ ਉਹਦੇ ਖਾਸ ਕਰਕੇ ਉਸ ਪਰਸਨ ਤੋਂ ਉਹਨੂੰ ਦੂਰ ਕਰ ਦਿਓ। ਇਸ ਤਰ੍ਹਾਂ ਦਾ ਕੋਈ ਵੀ ਫਨਾਈਲ ਹੈ, ਕੋਈ ਵੀ ਇਸ ਤਰ੍ਹਾਂ ਦੀ ਜ਼ਹਿਰ ਘਰ ਦੇ ਵਿੱਚ ਪਿਆ ਹੋਇਆ ਹੈ, ਉਹਨੂੰ ਉਹਦੇ ਤੋਂ ਦੂਰ ਕਰੋ। ਸਾਈਕੋਲੋਜਿਸਟ ਦੀ ਮਦਦ ਲਓ, ਸਾਈਕੈਟਰਿਸਟ ਦੀ ਹੈਲਪ ਲਓ। ਇਹ ਇਕੱਲੇ ਨਜਿੱਠਣ ਵਾਲਾ ਡਿਸਆਰਡਰ ਨਹੀਂ ਹੈ, ਇਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਲਈ ਜਾਣੀ ਚਾਹੀਦੀ ਹੈ। ਅਤੇ ਕਈ ਹੈਲਪਲਾਈਨ ਹੁੰਦੀਆਂ ਇਸ ਤਰ੍ਹਾਂ ਦੀਆਂ, ਈਵਨ ਤੁਸੀਂ ਸਿਵਲ ਹਸਪੀਟਲ ਕੰਟੈਕਟ ਕਰੋਗੇ, ਉੱਥੇ ਵੀ ਤੁਹਾਨੂੰ ਜਿਹੜੇ ਹੈਗੇ ਹੈ ਸਾਈਕੋਲੋਜਿਸਟ ਅਵੇਲੇਬਲ ਹੁੰਦੇ ਹੈ, ਕਾਊਂਸਲਰ ਅਵੇਲੇਬਲ ਹੁੰਦੇ ਹੈ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਇਹ ਮਤਲਬ ਇਸ ਤਰ੍ਹਾਂ ਦੇ ਹੈਲਪਲਾਈਨਸ 24 ਘੰਟੇ ਵੀ ਖੁੱਲ੍ਹੀਆਂ ਹੁੰਦੀਆਂ ਸਰਕਾਰ ਵੱਲੋਂ, ਤਾਂ ਉਹ ਚੀਜ਼ਾਂ 'ਤੇ ਆਪਾਂ ਗੱਲ ਕਰ ਸਕਦੇ ਹਾਂ। ਅਤੇ ਕਰਨਾ ਕੀ ਹੁੰਦਾ ਇਸ ਤਰ੍ਹਾਂ ਦੇ ਪਰਸਨ ਦੇ ਵਿੱਚ, ਆਪਾਂ ਇੱਕ ਸਾਈਕੋਲੋਜਿਸਟ ਜਿਹੜਾ ਹੁੰਦਾ ਉਹ ਕੀ ਕਰਦਾ ਹੈ, ਇੱਕ ਆਮ ਬੰਦਾ ਕੀ ਕਰ ਸਕਦਾ ਹੈ। ਮੈਨੂੰ ਲੱਗਦਾ ਵੀ ਸਭ ਤੋਂ ਇੰਪੋਰਟੈਂਟ ਕਿਸੇ ਦਾ ਦੁੱਖ ਸੁਣਨਾ ਹੋ ਸਕਦਾ। ਦੁੱਖ ਸੁਣਨ ਨਾਲ ਹੀ ਘਟ ਜਾਂਦਾ ਹੈ।
ਸੁਣਨਾ ਵੀ ਇੱਕ ਥੈਰੇਪੀ ਹੈ, ਕੈਥਾਰਸਿਸ ਹੈ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਟਾਕ ਥੈਰੇਪੀ ਕਹਿੰਦੇ ਆਪਾਂ ਇਹਨੂੰ, ਵੀ ਤੁਸੀਂ ਗੱਲਬਾਤ ਤਾਂ ਕਰੋ, ਗੱਲਬਾਤ ਕਰਕੇ ਉਹਦਾ ਪੁਆਇੰਟ ਆਫ ਵਿਊ ਚੇਂਜ ਕਰ ਸਕਦੇ ਹੋ, ਤੁਸੀਂ ਉਹਦੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ। ਬਸ ਯਾਰ ਇੰਨੀ ਕੀ ਗੱਲ ਹੀ ਸੀ ਯਾਰ, ਲੈ ਇਹ ਤਾਂ ਕੁਛ ਵੀ ਨਹੀਂ। ਮਤਲਬ ਤੁਸੀਂ ਉਹਦੀ ਜਿਹੜੀ ਪਰਸਨ ਦੀ ਅਪਰੋਚ ਹੈ, ਪਰਸਨ ਦੀ ਥਿੰਕਿੰਗ ਹੈ, ਉਹਨੂੰ ਚੇਂਜ ਕਰ ਸਕਦੇ ਹੋ, ਹੈ ਨਾ। ਉਹਨਾਂ ਚੀਜ਼ਾਂ ਨਾਲ ਨਜਿੱਠਣਾ ਸਿਖਾਇਆ ਜਾ ਸਕਦਾ ਹੈ। ਅਸੀਂ ਜਦੋਂ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਇਸ ਤਰ੍ਹਾਂ ਦਾ, ਤਾਂ ਅਸੀਂ ਉਹਨੂੰ ਕੁਝ ਕੋਪਿੰਗ ਸਕਿੱਲ ਸਿਖਾਉਂਦੇ ਹਾਂ ਵੀ ਲੈ ਯਾਰ ਇਹ ਤਾਂ ਨਾ ਕਰ ਦਿਆ ਕਰ ਤੂੰ, ਐਡੀ ਕਿੱਡੀ ਖਾਸ ਗੱਲ ਹੈ। ਮੈਨੂੰ ਯਾਦ ਹੈ ਵੀ ਇੱਕ ਲੜਕਾ ਮੇਰੇ ਕੋਲ ਆਇਆ, ਕਹਿੰਦਾ ਮੈਂ ਸੁਸਾਈਡ ਕਰੂੰਗਾ। ਅਤੇ ਮੈਂ ਕਿਹਾ ਯਾਰ ਗੱਲ ਕੀ ਹੋ ਗਈ? ਕਹਿੰਦਾ ਜੀ ਮੈਂ YouTube 'ਤੇ ਕੋਈ ਕਿਸੇ ਨਾਲ ਗਲਤ ਚੈਟ ਚੂਟ ਕਰ ਲਈ ਸੀਗੀ, ਅਤੇ ਉਹ ਕਹਿੰਦਾ ਮੈਂ ਤੇਰੀ ਵੀਡੀਓ ਹੈ ਜਿਹੜੀ ਉਹ ਉਹਦੇ 'ਤੇ ਪਾਊਂਗਾ। ਅਤੇ ਮੈਂ ਕਿਹਾ ਯਾਰ ਬਸ ਇੰਨੀ ਕੁ ਗੱਲ ਹੀ ਹੈ। ਮੈਂ ਕਿਹਾ ਇਹ ਫੋਰਨ 'ਚ ਬੈਠੇ ਹੁੰਦੇ ਆ ਲੋਕ, ਅਤੇ ਤੂੰ ਬਸ ਆਪਦਾ ਨੰਬਰ ਬੰਦ ਕਰ ਦੇ, ਤੈਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਤੇਰੇ ਤੱਕ ਕੋਈ ਨਹੀਂ ਪਹੁੰਚਦਾ, ਤੂੰ ਚਿੰਤਾ ਨਾ ਕਰ, ਤੇਰੀ ਕੋਈ ਵੀਡੀਓ ਨਹੀਂ ਰਿਲੀਜ਼ ਕਰਦੇ, ਉਹ ਕੁਛ ਨਹੀਂ ਹੁੰਦਾ, ਤੂੰ ਚਿੰਤਾ ਨਾ ਕਰ, ਆਪਦਾ ਬਸ ਫ਼ੋਨ ਨੰਬਰ ਚੇਂਜ ਕਰ ਦੇ। ਉਹ ਖੁਸ਼ ਬਾਗੋ ਬਾਗ, ਉਹ ਵਾਕਈ ਉਹੀ ਗੱਲ ਹੋਈ ਵੀ ਉਹ ਜਿਹੜੇ ਬੈਠੇ ਹੁੰਦੇ ਆ ਇਸ ਤਰ੍ਹਾਂ ਦੇ ਬਲੈਕਮੇਲਰ, ਉਹ ਕੀ ਕਰਦੇ ਹੈ, ਉਹ ਬੰਦੇ ਨੂੰ ਤੰਗ ਕਰਦੇ ਹੈ ਪੈਸਿਆਂ ਪਿੱਛੇ, ਵੀ ਤੂੰ ਪੈਸੇ ਪਵਾ ਸਾਡੇ ਅਕਾਊਂਟ 'ਚ, ਐਂ ਕਰ ਇਹ ਕਰ। ਉਹ ਜਦੋਂ ਨਹੀਂ ਪਹੁੰਚੇ, ਕਈ ਵਾਰ ਗੱਲ ਬਹੁਤ ਛੋਟੀ ਹੋ ਸਕਦੀ ਹੈ, ਤੁਸੀਂ ਸੋਚ ਵੀ ਨਹੀਂ ਸਕਦੇ। ਕਈ ਵਾਰ ਗੱਲ ਬਹੁਤ ਛੋਟੀ ਹੋ ਸਕਦੀ ਹੈ। ਘਰਾਂ ਦੇ ਵਿੱਚ ਕੀ ਹੁੰਦਾ, ਘਰਾਂ ਦੇ ਵਿੱਚ ਬਹੁਤ ਛੋਟੀ ਗੱਲਾਂ 'ਤੇ ਲੜਾਈ ਹੋ ਜਾਂਦੀ ਹੈ, ਝਗੜਾ ਹੋ ਗਿਆ, ਮੈਂ ਚੱਲਿਆ ਮੈਂ ਮਰਦਾ। ਤਾਂ ਮੈਨੂੰ ਇਹ ਲੱਗਦਾ ਹੈ ਵੀ ਇਸ ਹਾਲਾਤ ਤੱਕ ਪਹੁੰਚਣ ਹੀ ਨਹੀਂ ਦੇਣੀ ਚਾਹੀਦੀ ਗੱਲ। ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਬੱਚੇ ਸੁਸਾਈਡ ਕਰ ਲੈਂਦੇ ਐਗਜ਼ਾਮ ਦੇ ਦਿਨਾਂ ਦੇ ਵਿੱਚ, ਐਗਜ਼ਾਮ ਦੇ ਰਿਜ਼ਲਟ ਦੇ ਦਿਨਾਂ ਦੇ ਵਿੱਚ। ਜਦੋਂ ਰਿਜ਼ਲਟ ਆਉਂਦਾ ਉਦੋਂ ਪ੍ਰੈਸ਼ਰ ਨਾਲ, ਟੈਨਸ਼ਨ ਨਾਲ ਸਾਡੇ ਦੇਸ਼ ਦੇ ਵਿੱਚ ਕਿਸਾਨ ਬਹੁਤ ਜ਼ਿਆਦਾ ਆਤਮ ਹੱਤਿਆਵਾਂ ਕਰ ਰਹੇ, ਆਪਦੇ ਆਰਥਿਕ ਤੰਗੀ ਤੋਂ ਬਦਹਾਲ, ਪਰੇਸ਼ਾਨ, ਸਰਕਾਰ ਵੱਲ ਦੇਖਦੇ ਹੈ। ਲੇਕਿਨ ਸਾਡਾ ਕੀ ਯੋਗਦਾਨ ਬਣਦਾ ਹੈ ਇੱਕ ਸੁਸਾਇਟੀ ਦੇ ਰੂਪ 'ਚ? ਅਸੀਂ ਸਰਕਾਰ ਵੱਲ ਨਹੀਂ ਤੱਕ ਸਕਦੇ। ਮੈਨੂੰ ਇਹ ਲੱਗਦਾ ਇੱਕ ਸੁਸਾਇਟੀ ਦੇ ਰੂਪ ਦੇ ਵਿੱਚ ਸਾਡਾ ਮੇਲ ਜੋਲ ਹੀ ਇੰਨਾ ਹੋਣਾ ਚਾਹੀਦਾ ਹੈ, ਇੱਕ ਸਾਡਾ ਵਰਤਣਾ ਹੀ ਉਹਨਾਂ ਨਾਲ ਇੰਨਾ ਅੱਛਾ ਹੋਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਇੱਕ ਇੱਜ਼ਤ ਦੀ ਜ਼ਿੰਦਗੀ ਜੀਣ ਦੇ ਲਈ ਕਾਬਲ ਬਣਾ ਸਕੀਏ। ਉਹ ਕੁਛ ਵੀ ਨਹੀਂ ਮੰਗਦੇ, ਤੁਸੀਂ ਇਹ ਨਾ ਸੋਚਿਓ ਵੀ ਉਹ ਪੈਸੇ ਮੰਗਦੇ ਹੈ। ਕਈ ਵਾਰ ਤਾਂ ਕਿਸੇ ਨੂੰ ਰੁਜ਼ਗਾਰ ਦੀ ਲੋੜ ਹੁੰਦੀ ਹੈ, ਛੋਟੇ ਮੋਟੇ, ਕਈ ਵਾਰ ਕਿਸੇ ਨੂੰ ਵੈਸੇ ਕੋਈ ਛੋਟੀ ਮੋਟੀ ਹੈਲਪ ਦੀ ਲੋੜ ਹੁੰਦੀ ਹੈ। ਜਦੋਂ ਸਮਾਂ ਲੰਘ ਜਾਂਦਾ ਹੈ, ਉਹ ਠੀਕ ਹੋ ਜਾਂਦਾ ਹੈ, ਉਸ ਚੀਜ਼ 'ਚੋਂ ਨਿਕਲ ਜਾਂਦਾ ਹੈ। ਤਾਂ ਮੈਨੂੰ ਇਹ ਲੱਗਦਾ ਵੀ ਸਾਈਕੋਲੋਜੀਕਲ ਇੰਟਰਵੈਂਸ਼ਨ ਤਾਂ ਬਹੁਤ ਸਾਰੀਆਂ ਆਪਣੇ ਕੋਲ ਸ਼ਾਰਟ ਸਮਾਂ, ਮੈਂ ਉਹਦੇ ਬਾਰੇ ਤਾਂ ਨਹੀਂ ਗੱਲ ਕਰੂੰਗਾ। ਲੇਕਿਨ ਪਬਲਿਕ ਐਜੂਕੇਸ਼ਨ ਜਿਹਦੇ ਵਿੱਚ ਆਪਾਂ ਅਵੇਅਰਨੈਸ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾ ਸਕਦੇ ਹਾਂ ਵੀ ਅਸੀਂ ਇੱਕ ਦੂਜੇ ਨਾਲ ਗੱਲ ਕਰੀਏ, ਜਿਹੜੀ ਇਸ ਤਰ੍ਹਾਂ ਦੇ ਕਾਰਨ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕਰੀਏ, ਇਸ ਤਰ੍ਹਾਂ ਦੇ ਰਿਸਕ ਗਰੁੱਪ ਹੈ ਉਹਨਾਂ ਨੂੰ ਆਇਡੈਂਟੀਫਾਈ ਕਰੀਏ, ਹੈ ਨਾ, ਉਹਨਾਂ ਦੇ ਲੈਵਲ 'ਤੇ ਇੰਟਰਵੈਂਸ਼ਨ ਕਰੀਏ ਸਮਾਜਿਕ ਰੂਪ ਦੇ ਵਿੱਚ। ਇਹ ਵੀ ਕੀਤਾ ਜਾ ਸਕਦਾ ਹੈ। ਅੱਛਾ, ਹੁਣ ਆਪਾਂ ਦੇਖੋ ਇੱਕ ਚੀਜ਼ ਮੈਂ ਇੱਥੇ ਹੋਰ ਐਡ ਕਰਨਾ ਚਾਹੂੰਗਾ ਵੀ ਬਹੁਤ ਸਾਰੇ ਲੋਕ ਸੋਚਦੇ ਆ ਕਿ ਜਿਹੜੇ ਲੋਕ ਕਹਿੰਦੇ ਆ ਨਾ, ਉਹ ਕਹਿੰਦੇ ਜਿਹੜਾ ਗਰਜਦੇ ਹੁੰਦੇ ਆ ਉਹ ਬਰਸਦੇ ਨਹੀਂ ਹੈ, ਵੀ ਜਿਹੜਾ ਕਹਿ ਦਿੰਦਾ ਨਾ ਵੀ ਮੈਂ ਸੁਸਾਈਡ ਕਰ ਲੂੰਗਾ ਅਤੇ ਉਹ ਤਾਂ ਜੀ ਐਵੇਂ ਕਹੀ ਜਾਂਦਾ, ਬਸ ਉਹਨੂੰ ਬਲੈਕਮੇਲ ਕਰੀ ਜਾਂਦਾ, ਉਹ ਧਮਕਾਈ ਜਾਂਦਾ ਵੀ ਆਪਦੀ ਗੱਲ ਮਨਵਾਉਣਾ ਚਾਹੁੰਦਾ ਹੈ ਅਤੇ ਬਸ ਉਹ ਤਾਂ ਸੁਸਾਈਡ ਕਰ। ਪਰ ਮੈਂ ਤੁਹਾਨੂੰ ਫੈਕਟ ਦੱਸਦਾ, ਫੈਕਟ ਕੀ ਹੈ। ਰਿਸਰਚ ਕਹਿੰਦੀ ਹੈ ਵੀ 10% ਜਿਹੜੇ ਆਪਦੇ ਆਪ ਨੂੰ ਖਤਮ ਕਰਦੇ ਹੈ, ਉਹਨਾਂ 'ਚੋਂ 8 ਡੈਫੀਨੇਟ ਇਹ ਆਪਦੀ ਇੰਟੈਂਸ਼ਨ ਨੂੰ ਕਲੀਅਰਲੀ ਲੋਕਾਂ ਤੱਕ ਦੱਸਦੇ ਹੈ। ਸਿਰਫ 2 ਲੋਕ ਹੁੰਦੇ ਜਿਹੜੇ ਗੁਪਚੁਪ ਤਰੀਕੇ ਦੇ ਨਾਲ ਵੀ ਪਤਾ ਹੀ ਨਹੀਂ ਲੱਗਿਆ। 8 ਲੋਕ ਕਹਿ ਕੇ ਮਰਦੇ ਵੀ ਮੈਂ ਮਰੂੰਗਾ। ਤਾਂ ਹੁਣ ਤੁਸੀਂ ਇਸ ਤੋਂ ਕੀ ਕਹਿਣਾ ਚਾਹੁੰਦੇ? ਮਿੱਥ ਕੀ ਹੈ? ਮਿੱਥ ਕੀ ਹੈ ਵੀ ਜਿਹੜਾ ਕਹਿੰਦਾ ਉਹ ਕਰਦਾ ਨਹੀਂ, ਇਹ ਗਲਤਫਹਿਮੀ ਹੈ। ਸੋ ਇਸ ਕਰਕੇ ਇਸ ਤੋਂ ਸਾਨੂੰ ਦੂਰ ਹੋਣਾ ਚਾਹੀਦਾ ਹੈ। ਸੁਸਾਈਡ ਹੈਪਨਸ ਵਿਦਾਊਟ ਵਾਰਨਿੰਗ, ਇਹ ਵੀ ਬਹੁਤ ਵੱਡਾ ਮਿੱਥ ਹੈ। ਸਾਨੂੰ ਇਹ ਲੱਗਦਾ ਵੀ ਜਿਹੜੇ 2 ਲੋਕ ਗੁਪਚੁਪ ਕਰ ਲਈ, ਇਹ ਗੁਪਚੁਪ ਸੀ। ਸਾਨੂੰ ਇਹ ਲੱਗਦਾ ਵੀ ਜਿਹੜੇ 2 ਲੋਕ ਬਚ ਗਏ, ਯਾਰ ਇਹਨਾਂ ਨੇ ਤਾਂ ਦੱਸਿਆ ਹੀ ਨਹੀਂ। ਲੇਕਿਨ ਇਹ ਆਪਦੇ ਪਹਿਰਾਵੇ ਰਾਹੀਂ, ਜੋ ਮੈਂ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ, ਇਹ ਇਹੋ ਜਿਹੀਆਂ ਗੱਲਾਂ ਰਾਹੀਂ
ਕੀ ਰੱਖਿਆ ਯਾਰ ਜ਼ਿੰਦਗੀ 'ਚ, ਕੁਛ ਨਹੀਂ। ਇਹ ਇਸ ਤਰ੍ਹਾਂ ਦੀ, ਇਹ ਕਿਉਂ ਹੁੰਦਾ? ਮੈਂ ਵੀ ਦੱਸਣਾ ਚਾਹੁੰਦਾ ਵੀ ਇਹ ਕਿਉਂ ਹੁੰਦਾ। ਵਾਰਨਿੰਗ ਸਾਈਨ ਕਿਉਂ ਦਿੰਦਾ ਬੰਦਾ? ਵਾਰਨਿੰਗ ਸਾਈਨ ਇੱਕ ਕਰਾਈ ਹੁੰਦੀ ਹੈ ਹੈਲਪ ਲਈ, ਕਿਉਂਕਿ ਇਹ ਸੱਚ ਹੈ। ਤੁਸੀਂ ਇੱਕ ਕਾਕਰੋਚ ਹੁੰਦਾ ਨਾ, ਕਾਕਰੋਚ ਜਿਹਨੂੰ ਅਸੀਂ ਨਾਲੀ ਦਾ ਕੀੜਾ ਕਹਿੰਦੇ ਹਾਂ, ਉਹਨੂੰ ਵੀ ਜੇ ਠੋਲਾ ਮਾਰ ਦੋ ਤੇ ਉਹ ਆਪਦੀ ਜ਼ਿੰਦਗੀ ਬਚਾਉਣ ਲਈ ਭੱਜਦਾ ਹੈ। ਪਾਕਿਸਤਾਨ ਨੂੰ ਉੱਜੜ ਕੇ ਲੱਖਾਂ ਲੋਕ ਇੱਥੇ ਆ ਕੇ ਬਸੇ, ਜਿਨ੍ਹਾਂ ਦਾ ਕਿਸੇ ਦਾ ਭਾਈ ਮਾਰਤਾ, ਕਿਸੇ ਦਾ ਕੋਈ ਮਾਰਤਾ। ਉਹ ਚਾਹੁੰਦੇ ਤਾਂ ਭਾਈ ਸੁਸਾਈਡ ਕਰ ਸਕਦੇ ਸੀ, ਪਰ ਇਹ ਜੀਵਨ ਇਹ ਇੰਨੀ, ਜਿਵੇਂ ਉਹ ਪਾਸ਼ ਕਹਿੰਦਾ ਹੁੰਦਾ ਸੀ ਵੀ ਮੈਂ ਘਾਹ ਹਾਂ ਫਿਰ ਉੱਗਿਆ ਆਵਾਂਗਾ, ਤਾਂ ਉਹ ਜਿਹੜੀ ਜੀਵਨ ਦੀ ਜੀਵਟ ਇੰਨੀ ਕੁੱਟ-ਕੁੱਟ ਕੇ ਸਾਡੇ ਅੰਦਰ ਭਰੀ ਹੋਈ ਹੈ। ਹਰ ਕੋਈ ਬੰਦਾ ਜੀਣਾ ਚਾਹੁੰਦਾ ਹੈ, ਕੋਈ ਮਰਨਾ ਚਾਹੁੰਦਾ ਹੈ। ਪੁੱਛ ਕੇ ਦੇਖੋ ਆਪਦੇ ਆਪ ਨੂੰ, ਕੋਈ ਮਰਨਾ ਚਾਹੁੰਦਾ ਹੁੰਦਾ? ਇਹੋ ਜਿਹਾ ਕੀ ਹੋ ਗਿਆ ਵੀ ਉਹ ਮਰਨਾ ਚਾਹ ਰਿਹਾ? ਅਸਲ ਦੇ ਵਿੱਚ ਉਹਦਾ ਇੱਕ ਮਨ ਕਹਿ ਰਿਹਾ ਵੀ ਮਰ ਜਾ, ਪਰ ਉਹਦਾ ਦੂਜਾ ਮਨ ਪਤਾ ਕੀ ਕਹਿ ਰਿਹਾ? ਵੀ ਮੈਂ ਗਲੇ ਤੱਕ ਜੀਣਾ ਚਾਹੁੰਦਾ ਸੀ, ਮੇਰੇ ਚਾਅ ਸੀਗੇ, ਮੈਂ ਬਹੁਤ ਕੁਝ ਕਰਨਾ ਚਾਹੁੰਦਾ ਸੀ ਲਾਈਫ 'ਚ, ਪਰ ਮੈਂ ਕਰ ਨਹੀਂ ਪਾਇਆ। ਤਾਂ ਇਸ ਕਰਕੇ ਤੁਸੀਂ ਇਹ ਨਾ ਸੋਚਿਓ ਵੀ ਜਿਹੜਾ ਮਰਨਾ ਚਾਹੁੰਦਾ ਹੁੰਦਾ ਹੈ ਉਹ ਪੂਰੀ ਇੰਟੈਂਟ ਨਾਲ ਮਰਨਾ ਚਾਹੁੰਦਾ ਹੈ, ਪੂਰੀ ਉਹਦੀ ਖੁਆਇਸ਼ ਹੁੰਦੀ ਹੈ ਮਰਨ ਦੀ। ਨੋ, ਉਹ ਤਾਂ ਦੋ ਚਿੱਤੀ 'ਚ ਹੁੰਦਾ ਹੈ, ਉਹ ਤਾਂ ਕਨਫਲਿਕਟ 'ਚ ਹੁੰਦਾ ਹੈ ਕਿ ਸ਼ਾਇਦ ਮੈਨੂੰ ਕੋਈ ਬਚਾ ਹੀ ਲਵੇ, ਕੋਈ ਆਵਾਜ਼ ਹੀ ਮਾਰ ਦੇ ਮੈਨੂੰ, ਕੋਈ ਮੈਨੂੰ ਹਮਦਰਦ ਮਿਲ ਜੇ, ਕੋਈ ਮੈਨੂੰ ਪਿਆਰਾ ਮਿਲ ਜੇ ਜਿਹੜਾ ਕਵੇ ਵੀ ਯਾਰ ਤੈਨੂੰ ਮਰਨ ਦੀ ਲੋੜ ਨਹੀਂ, ਮੈਂ ਹੈਗਾ ਤੇਰੇ ਨਾਲ, ਮੈਂ ਖੜਾ। ਤਾਂ ਬਸ ਇੰਨੀ ਕੁ ਗੱਲ ਹੀ ਹੁੰਦੀ ਹੈ। ਤੇ ਇਹ ਸਮਾਂ ਕਿਸੇ ਤੇ ਵੀ ਆ ਸਕਦਾ ਯਾਰ। ਇਸ ਕਰਕੇ ਆਪਾਂ ਉਹਨੂੰ ਮਨੁੱਖ ਦੀ ਤਰ੍ਹਾਂ ਹੀ ਡੀਲ ਕਰੀਏ, ਮਨੁੱਖ ਹੀ ਸਮਝੀਏ ਤੇ ਉਸੇ ਤਰੀਕੇ ਦੇ ਨਾਲ ਹੀ ਉਹਦੇ ਨਾਲ ਗੱਲਬਾਤ ਕਰੀਏ। ਲਾਸਟ ਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਸਾਨੂੰ ਇੱਕ ਸੁਸਾਈਡ ਪਰਸਨ ਨੂੰ ਮੈਂ ਕੀ ਕਹਿਣਾ ਚਾਹੂੰਗਾ, ਜਿਹੜਾ ਸੁਸਾਈਡ ਕਰਨ ਜਾ ਰਿਹਾ ਹੈ, ਉਹਨੂੰ ਸਿਰਫ ਮੈਂ 3 ਸਵਾਲ ਪੁੱਛਣਾ ਚਾਹੂੰਗਾ। ਮੇਰੀ ਇਹ 3 ਸਵਾਲਾਂ ਦੇ ਉੱਤਰ ਦੇ ਦੇਵੇ ਤੇ ਫਿਰ ਉਹ ਉਹਦੀ ਜ਼ਿੰਦਗੀ ਹੈ। ਮੈਂ ਤਾਂ ਇਹ ਸਮਝਦਾ ਵੀ ਜ਼ਿੰਦਗੀ ਬਹੁਤ ਬੇਸ਼ਕੀਮਤੀ ਹੈ। ਹਾਲਾਂਕਿ ਸਾਨੂੰ ਐਂ ਲੱਗਦਾ ਵੀ ਮੁਫਤ 'ਚ ਮਿਲ ਗਈ, ਲੇਕਿਨ ਇਹ ਬਹੁਤ ਬੇਸ਼ਕੀਮਤੀ ਹੈ। ਤੇ ਉਹ ਜਿਵੇਂ ਗਾਲਬ ਕਹਿੰਦਾ ਹੁੰਦਾ ਵੀ ਮਰ ਕੇ ਵੀ ਨਾ ਚੈਨ ਪਾਇਆ ਤਾਂ ਕਿਧਰ ਜਾਏਂਗੇ। ਵੀ ਇਹ ਕਿਸੇ ਨੇ ਦੇਖਿਆ ਵੀ ਮਰਨ ਤੋਂ ਬਾਅਦ ਕੀ ਹੁੰਦਾ ਹੈ, ਚੈਨ ਮਿਲਦਾ ਹੈ ਕਿ ਨਹੀਂ ਮਿਲਦਾ, ਇਹ ਕੀ ਪਤਾ ਹੈ। ਸਾਨੂੰ ਲੱਗਦਾ ਹੈ ਵੀ ਹਾਂ ਯਾਰ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਲੇਕਿਨ ਮਰ ਕੇ ਵੀ ਨਾ ਚੈਨ ਪਾਇਆ ਤਾਂ ਕਿਧਰ ਜਾਏਂਗੇ। ਤਾਂ ਮੈਂ ਉਹਨਾਂ ਨੂੰ 3 ਸਵਾਲ ਪੁੱਛਣਾ ਚਾਹੁੰਦਾ। ਪਹਿਲਾ ਸਵਾਲ ਮੇਰਾ ਇਹ ਹੈ ਕਿ ਜੋ ਮਰਨ ਤੋਂ ਬਾਅਦ ਹਾਲਾਤ ਪੈਦਾ ਹੋਣਗੇ, ਕੀ ਉਹਨਾਂ ਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰ ਰਿਹਾ ਤੇ ਉਹਦੀ ਜ਼ਿੰਮੇਵਾਰੀ ਚੱਕ ਰਿਹਾ ਕਿ ਹਾਂ ਮੈਂ ਜਾਣਦਾ ਇਸ ਚੀਜ਼ ਨੂੰ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਬੱਚੇ, ਮੇਰੇ ਮਾਂ-ਬਾਪ, ਮੇਰੇ ਰਿਸ਼ਤੇਦਾਰ, ਮੇਰੇ ਦੋਸਤ ਮਿੱਤਰ, ਉਹ ਸਾਰੇ ਸੁਖੀ ਹੋ ਜਾਣਗੇ, ਉਹਨਾਂ ਦੀ ਲਾਈਫ ਬਿਹਤਰ ਬਣ ਜਾਏਗੀ, ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ ਮੇਰੇ ਮਰਨ ਨਾਲ। ਕਿ ਉਹ ਇਸ ਕੌਨਸੀਕੁਐਂਸਸ ਨੂੰ, ਇਹਨਾਂ ਹਾਲਾਤਾਂ ਨੂੰ, ਬਾਅਦ ਦੇ ਵਿੱਚ ਪੈਦਾ ਹੋਣ ਵਾਲੇ ਹਾਲਾਤਾਂ ਨੂੰ ਅੰਡਰਸਟੈਂਡ ਕਰ ਰਿਹਾ, ਸਮਝ ਰਿਹਾ, ਪੂਰੀ ਤਰ੍ਹਾਂ ਸਮਝ ਰਿਹਾ ਆਪਦੇ ਐਕਟ ਦੀ ਗੰਭੀਰਤਾ ਨੂੰ। ਦੂਸਰਾ ਸਵਾਲ ਮੇਰਾ ਇਹ ਹੋਏਗਾ ਕਿ ਕੀ ਉਹ ਸਮਝਦਾ ਵੀ ਇਹ ਉਹ ਪੂਰਾ ਸੋਚ ਸਮਝ ਕੇ ਫੈਸਲਾ ਲਿਆ ਉਹਨੇ। ਮੈਂ ਉਸ ਨੂੰ ਇਹ ਦੱਸਣਾ ਚਾਹੂੰਗਾ ਵੀ ਸਾਡੇ ਕੋਲ ਜਦੋਂ ਪੇਸ਼ੈਂਟ ਆਉਂਦਾ ਸੁਸਾਈਡ ਕਰਨ ਵਾਲਾ, ਸਾਨੂੰ ਪਤਾ ਕੀ ਸਵਾਲ ਪੁੱਛਦਾ ਵੀ ਡਾਕਟਰ ਸਾਹਿਬ ਐਂ ਤੁਸੀਂ ਮੈਨੂੰ ਬਚਾ ਲਓਗੇ, ਮੈਂ ਮਰ ਕੇ ਦਿਖਾਊਂਗਾ ਤੁਹਾਨੂੰ। ਅਸੀਂ ਉਹਨੂੰ ਕਹਿੰਦੇ ਵੀ ਨਹੀਂ ਬੇਟਾ, ਅਸੀਂ ਕੁਝ ਨਹੀਂ ਕਰ ਸਕਦੇ, ਤੂੰ ਹੀ ਕਰਨਾ ਜੋ ਕੁਝ ਕਰਨਾ ਹੈ। ਲੇਕਿਨ ਮਹੀਨੇ ਬਾਅਦ ਜਦੋਂ ਉਹਦਾ ਟ੍ਰੀਟਮੈਂਟ ਚੱਲਦਾ ਹੈ, ਕਾਉਂਸਲਿੰਗਸ ਹੁੰਦੀਆਂ, ਦਵਾਈ ਚੱਲਦੀ ਹੈ, ਮਹੀਨੇ ਬਾਅਦ ਉਹੀ ਬੱਚੇ ਨੂੰ ਜਦੋਂ ਅਸੀਂ ਪੁੱਛਦੇ ਹਾਂ, ਉਹ ਡਾਕਟਰ ਸਾਹਿਬ ਉਹ ਤਾਂ ਮੈਂ ਕਿਸੇ ਵੇਲੇ ਸੋਚਿਆ ਸੀ, ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸੋ ਇਹ ਨਾ ਸੋਚਿਓ, ਇਹ ਇੰਪਲਸ ਹੁੰਦੀ ਹੈ ਨਾ ਅੰਦਰੋਂ, ਬੰਦਾ ਬਾਅਦ ਦੇ ਵਿੱਚ ਪਛਤਾਉਂਦਾ ਹੈ
लेकिन ਇਹਦੇ ਤਾਂ ਪਛਤਾਉਣ ਦਾ ਵੀ ਮੌਕਾ ਨਹੀਂ ਮਿਲਦਾ, ਇਹਦੇ ਤਾਂ ਅੰਡੂ ਹੀ ਨਹੀਂ ਕੀਤਾ ਜਾ ਸਕਦਾ ਉਸ ਐਕਟ ਨੂੰ। ਜੋ ਇੱਕ ਵਾਰ ਕਰਤਾ ਉਹ ਕਰਤਾ, ਹੋ ਗਿਆ ਹੋ ਗਿਆ। ਤੇ ਇਸ ਕਰਕੇ ਇਹ ਸੋਚਣਾ ਹੈ ਵੀ ਕੀ ਤੁਸੀਂ ਇਹ ਵਲੰਟਰੀ ਐਕਟ ਲੈ ਰਹੇ ਹੋ, ਕੀ ਤੁਸੀਂ ਖੁਦ ਮੁਖਤਿਆਰੀ ਨਾਲ ਇਹ ਫੈਸਲਾ ਕਰ ਰਹੇ ਹੋ। ਇਹ ਤੁਹਾਡੇ ਕਿਤੇ ਬ੍ਰੇਨ ਦੇ ਕੈਮੀਕਲ ਲੋਚਾ ਤਾਂ ਨਹੀਂ, ਉਹ ਸੰਜੇ ਦੱਤ ਕਹਿੰਦਾ ਹੁੰਦਾ ਕੈਮੀਕਲ ਲੋਚਾ, ਹੈ ਨਾ, ਵੀ ਇਹ ਕਿਤੇ ਕੈਮੀਕਲ ਲੋਚਾ ਤਾਂ ਨਹੀਂ ਵੀ ਉਹ ਦਿਮਾਗ ਦੇ ਕੈਮੀਕਲਾਂ ਨੂੰ ਵੀ ਠੀਕ ਕਰ ਲਈਏ, ਕੀ ਪਤਾ ਠੀਕ ਹੀ ਹੋ ਜਾਈਏ। ਤੁਹਾਨੂੰ ਜੋ ਅੱਜ ਲੱਗ ਰਿਹਾ ਹੈ ਉਹ ਕੱਲ੍ਹ ਨੂੰ ਨਹੀਂ ਲੱਗਣਾ। ਤੁਸੀਂ ਸੋਚ ਕੇ ਦੇਖੋ, ਜੋ ਬਚਪਨ 'ਚ ਲੱਗਦਾ ਹੁੰਦਾ ਸੀ ਕੀ ਤੁਹਾਨੂੰ ਉਹੀ ਲੱਗਦਾ ਹੁਣ ਅੱਜ? ਤੁਹਾਡੀ ਸੋਚ ਚੇਂਜ ਨਹੀਂ ਹੋਈ, ਤੁਹਾਡੀਆਂ ਇੱਛਾਵਾਂ ਚੇਂਜ ਨਹੀਂ ਹੋਈਆਂ। ਕਿਸੇ ਵੇਲੇ ਲੱਗਦਾ ਹੁੰਦਾ ਯਾਰ ਉਹ ਕੁੜੀ ਮੇਰੀ ਜ਼ਿੰਦਗੀ ਹੈ, ਜੇ ਇਹ ਨਾ ਮਿਲੀ ਨਾ ਬਸ ਮੇਰੀ ਤਾਂ ਲਾਈਫ ਕੁਛ ਨਹੀਂ। ਤੇ ਬਾਅਦ ਦੇ ਵਿੱਚ ਕੀ ਹੁੰਦਾ? ਬਾਅਦ ਦੇ ਵਿੱਚ ਕੀ ਹੁੰਦਾ? ਬਾਅਦ ਦੇ ਵਿੱਚ ਤੁਹਾਡੀ ਥਾਟ ਹੀ ਚੇਂਜ ਹੋ ਜਾਂਦੀ ਹੈ, ਸੋਚ ਹੀ ਚੇਂਜ ਹੋ ਜਾਂਦੀ ਹੈ, ਇੱਛਾਵਾਂ ਹੀ ਚੇਂਜ ਹੋ ਜਾਂਦੀਆਂ, ਤੁਹਾਡੀ ਰਾਹ ਹੀ ਬਦਲ ਜਾਂਦੀ ਹੈ। ਤੁਸੀਂ ਉਸ ਚੀਜ਼ ਨੂੰ ਇਗਨੋਰ ਹੀ ਕਰ ਦਿੰਦੇ ਹੋ, ਤੁਹਾਡੇ ਲਈ ਕੋਈ ਮਤਲਬ ਹੀ ਨਹੀਂ ਰਹਿੰਦਾ ਉਹਨਾਂ ਗੱਲਾਂ ਦਾ। ਬੰਦਾ ਡਾਇਨਮਿਕ ਹੈ, ਲਾਈਫ ਪਲ ਪਲ ਚੇਂਜ ਹੁੰਦੀ ਹੈ, ਡਾਇਨਮਿਕ, ਸਟੈਟਿਕ ਨਹੀਂ ਹੈ। ਸੋ ਇਸ ਕਰਕੇ ਥਰਡ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੂੰਗਾ ਕਿ ਕੀ ਤੁਹਾਡੇ ਪੇਨ ਦਾ, ਜਿਹਦੇ ਕਰਕੇ ਤੁਸੀਂ ਇਹ ਸਟੈਪ ਲੈ ਰਹੇ ਹੋ, ਜਾਂ ਤੁਹਾਡੀਆਂ ਸਮੱਸਿਆਵਾਂ ਦਾ, ਕੀ ਸੱਚੀ ਮੁੱਚੀ ਕੋਈ ਹੱਲ ਹੈ ਨਹੀਂ? ਇਹ ਸੋਚਣ ਦਾ ਵਿਸ਼ਾ ਹੈ। ਇਹ ਬਹੁਤ ਗੰਭੀਰਤਾ ਨਾਲ ਸੋਚੋ ਵੀ ਸੱਚੀ ਮੁੱਚੀ ਹੱਲ ਹੈ ਨਹੀਂ। ਇਹ ਜਿਹੀ ਕਿਹੜੀ ਸਮੱਸਿਆ ਯਾਰ ਜਿਹਦਾ ਹੱਲ ਹੀ ਨਹੀਂ ਹੁੰਦਾ? ਇਹ ਜਿਹਾ ਕਿਹੜਾ ਪੇਨ ਹੈ ਜਿਹੜਾ ਪਰਮਾਨੈਂਟ ਹੁੰਦਾ? ਚਿਰਕਾਲ ਤੱਕ ਕਿਹੜਾ ਪੇਨ ਰਹਿੰਦਾ ਯਾਰ? ਕੁਝ ਸਮੇਂ ਹੁੰਦਾ ਹੈ, ਹਟ ਜਾਂਦਾ ਹੈ। ਦੱਸੋ, ਹਾਲਾਤ ਕਿਹੜੇ ਸਥਿਰ ਰਹਿੰਦੇ ਹੈ, ਸਟੇਬਲ ਰਹਿੰਦੇ? ਹਾਲਾਤ ਕਿਹੜੇ ਨਹੀਂ ਬਦਲਦੇ? ਵੱਡੇ ਛੋਟੇ ਹੁੰਦੇ ਰਹਿੰਦੇ ਹੈ। ਸੋ ਇਸ ਕਰਕੇ ਇਸ ਗੱਲ ਨੂੰ ਸਮਝੋ, ਇਸ ਚੀਜ਼ ਨੂੰ, ਇਸ ਚੀਜ਼ ਬਾਰੇ ਤੁਸੀਂ ਆਪਣੇ ਆਪ ਨੂੰ ਗਹਿਰਾਈ ਨਾਲ ਜਾਣੋ। ਤੇ ਇਸ ਜ਼ਿੰਦਗੀ ਜਿਹੜੀ ਇੰਨੀ ਬੇਸ਼ਕੀਮਤੀ ਹੈ, ਤੇ ਜਿਹਨੂੰ ਜਿਹੜੇ ਸਟੈਪ ਤੁਸੀਂ ਲੈਣ ਜਾ ਰਹੇ ਹੋ ਉਹਨੂੰ ਅੰਡੂ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹਨਾਂ 3 ਸਵਾਲਾਂ 'ਤੇ ਬਹੁਤ ਗੰਭੀਰਤਾ ਨਾਲ ਸੋਚੋ ਤੇ ਆਪਦੇ ਫੈਸਲੇ ਨੂੰ ਬਦਲੋ। ਬਸ ਮੈਂ ਇਹੀ ਕਹਿੰਦੇ ਹੋਏ ਇਹ ਲੋਕਾਂ ਨੂੰ ਵੀ ਗੁਜ਼ਾਰਿਸ਼ ਕਰੂੰਗਾ ਕਿ ਸਾਰੇ ਇੱਕ ਦੂਜੇ ਦੀ ਸਾਥ ਬਣਨ, ਆਪਦਾ ਸਹਾਰਾ ਬਣਨ, ਹੈਲਪ ਕਰਨ, ਤੇ ਇੱਕ ਦੂਜੇ ਨੂੰ ਓਪਨ ਅਪ ਕਰਨ, ਕਮਿਊਨੀਕੇਟ ਕਰਨ, ਤੇ ਇਹਨਾਂ ਵਾਰਨਿੰਗ ਸਾਈਨ ਨੂੰ ਧਿਆਨ 'ਚ ਰੱਖ ਕੇ ਹਿਲਾਉਂਦੇ ਰਹੋ, ਇੱਕ ਦੂਜੇ ਨੂੰ ਪੁੱਛਦੇ ਰਹੋ, ਹਾਂ ਬਈ ਹੋਰ ਸਤਿ ਸ੍ਰੀ ਅਕਾਲ, ਕਿਵੇਂ ਹੈ, ਕੀ ਗੱਲਬਾਤ ਹੈ। ਇਹ ਬਹੁਤ ਜ਼ਰੂਰੀ ਹੈ। ਇਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਯਾਰ ਅੱਜ ਉਹਨੇ ਅੱਖ ਚੱਕ ਕੇ ਦੇਖਿਆ ਹੀ ਨਹੀਂ, ਅੱਜ ਉਹਨੂੰ ਕੀ ਹੋ ਗਿਆ। ਤੁਹਾਡੀ ਅੱਖ ਪਹਿਚਾਣ ਸਕਦੀ ਹੈ, ਦੂਜੇ ਨੂੰ ਹੋ ਸਕਦਾ ਨਾ ਪਤਾ ਲੱਗੇ, ਪਰ ਜਿਹਨੂੰ ਤੁਸੀਂ ਰੋਜ਼ ਮਿਲਦੇ ਹੋ ਨਾ, ਤੁਸੀਂ ਪਹਿਚਾਣ ਲਓਗੇ ਕਿ ਯਾਰ ਅੱਜ ਉਹਦੀ ਅੱਖ ਬਦਲੀ ਹੋਈ ਹੈ। ਇਹੀ ਵਾਰਨਿੰਗ ਸਾਈਨ ਹੈ। ਇਹੀ ਸਮਾਂ ਹੈ ਵੀ ਜਦੋਂ ਆਪਾਂ ਦੁੱਖ ਸੁੱਖ ਉਹਦੇ ਸ਼ਰੀਕ ਹੋ ਸਕਦੇ ਹਾਂ, ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ। ਤੇ ਹਾਲਾਤ ਤਾਂ ਬਦਲਦੇ ਰਹਿੰਦੇ ਆ, ਇਸ ਕਰਕੇ ਆਪਾਂ ਇੱਕ ਦੂਜੇ ਦਾ ਸਹਾਰਾ ਬਣਨਾ ਹੁੰਦਾ। ਥੈਂਕ ਯੂ, ਧੰਨਵਾਦ, ਸ਼ੁਕਰੀਆ, ਨਮਸਕਾਰ।